का खालसा वाहिगुरु जी की फतेह। परम सन्मानयोग सतगुरु जी के चरणों विच जुड़ बैठे रब रूप गुरमुख सत्संगी जन, गुरु की कृपा नाल सतगुरु जी के चरणों विच जुड़ के बहन का समा नसीब होया। सतगुरु जी की इलाही अमृतमई बाणी का कीर्तन गुरु के प्यारे कीर्तनिया पासों आप जी ने सरवण किया। सतगुरु गुरु अमरदास महाराज किरपा करदियां सोझी दिंदियां होइयां सानू समझाउंदे ने। सतगुरु कहंदे जिन्हां उपर ओदी रहमत ओदी बख्शिश हो जाती, जिन्हां दे मत्थे ते ओदी बख्शिश दा लेख ओदी किरपा दा लेख लिखिया जाता है। उन्हां ते हिरदे अंदर वाहिगुरू दी भगती दा प्रकाश हुंदा है। उन्हां नूं वाहिगुरू दी बंदगी दी दात मिलदी है जिन्हां ते वाहिगुरू रहमत कर देवे। लोग ये समझते ने कि भागां वाला बंदा वो है जिहदे कोल दौलत है, जिहदे कोल पैसा है, जिहदे कोल धीआं पुत्त ने, जिहदे कोल अपना बहुत वधिया आलीशान घर है, गड्डियां ने। लोग कहंदे ने वो बंदा बड़े भागां वाला। जे वेख्या जावे तां ऐसा समझण वाले लोकां दा कसूर नहीं कोई, क्योंकि उन्हां ने इन्हां चीज़ां नूं ही सब जाणिया, सब कुछ जाणिया। उन्हां ने धन दौलत तो बिना होर कुछ जाणिया ही नहीं। उन्हां ने धीआं पुत्तां तो बिना होर कुछ समझिया ही नहीं। जमीन जायदाद गड्डियां घर बार ਇਹਦੇ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਦਿਸਿਆ ਹੀ ਨਹੀਂ। ਉਹਨਾਂ ਨੇ ਇਸੇ ਨੂੰ ਸਭ ਕੁਝ ਜਾਣਿਆ ਤੇ ਇਸ ਲਈ ਜਿਨ੍ਹਾਂ ਨੂੰ ਇਹ ਮਿਲ ਗਿਆ ਉਹਨਾਂ ਨੂੰ ਵੱਡੇ ਭਾਗਾਂ ਵਾਲੇ ਸਮਝ ਲਿਆ ਜਾਂਦਾ ਹੈ, ਕਿਸਮਤ ਵਾਲੇ ਸਮਝ ਲਿਆ ਜਾਂਦਾ ਹੈ। ਜਿਨ੍ਹਾਂ ਨੂੰ ਇਹ ਕੁਝ ਨਹੀਂ ਮਿਲਿਆ ਉਹ ਆਪਣੇ ਆਪ ਨੂੰ ਮਾੜੇ ਭਾਗਾਂ ਵਾਲੇ ਸਮਝ ਲੈਂਦੇ ਨੇ ਕਿ ਸਾਡੀ ਕਿਸਮਤ ਮਾੜੀ, ਸਾਡੇ ਭਾਗ ਮਾੜੇ। दुनिया इस तरीके नाल अपने आप नूं बड़भागी ते भागहीन जानदी। पर गुरु अमरदास महाराज कहंदे ने, सतगुरु कहंदे बड़भागी वो है, किस्मत वाला वो है जिहदे ते ओदी रहमत हो गई, जिहदे ते ओदी बख्शिश हो गई, ओदी निगाह पै गई, जिहदे उत्ते मेहर दी निगाह, जिने ओदी किरपा दा पात्र हो के ओदे नाम दी ओदी बंदगी दी दात हासिल कर लई। सतगुरु कहंदे ओ बंदा है भागां वाला। धुर तों ओदे ते बख्शिश होई वाहिगुरू दी। सतगुरु कहंदे जिनको नाम लिखिया धुर लेख, जिन्हां दे मत्थे ते वाहिगुरू दे नाम दा लेख लिखिया धुर तों,
ਲੋਕ ਕਹਿੰਦੇ ਜਿਹੜੇ ਧੁਰ ਤੋਂ ਚੰਗੀ ਕਿਸਮਤ ਲਿਖਾ ਕੇ ਆਉਂਦੇ ਨੇ ਉਹਨਾਂ ਦੇ ਭਾਗਾਂ ਵਿੱਚ ਆ ਸੰਸਾਰ ਦੀਆਂ ਚੀਜ਼ਾਂ ਆਉਂਦੀਆਂ। ਪਰ ਸਤਿਗੁਰੂ ਕਹਿੰਦੇ ਜਿਹੜੇ ਧੁਰੋਂ ਉਹਦੀ ਬਖਸ਼ਿਸ਼ ਦਾ ਲੇਖ ਲਿਖਾ ਕੇ ਆਉਂਦੇ ਨੇ, ਨਾਮ ਬੰਦਗੀ ਉਹਨਾਂ ਦੇ ਭਾਗਾਂ ਵਿੱਚ ਆਉਂਦੀ ਹੈ, ਉਹਨਾਂ ਦੇ ਭਾਗਾਂ ਵਿੱਚ, ਸਭ ਨੂੰ ਨਹੀਂ, ਸਭ ਨੂੰ ਨਹੀਂ ਇਹ ਨਸੀਬ ਹੁੰਦਾ। ਦੌਲਤ ਤਾਂ ਦੇਰ ਸਵੇਰ ਸਭ ਨੂੰ ਮਿਲ ਜਾਂਦੀ, ਧੀਆਂ ਪੁੱਤ ਵੀ ਦੇਰ ਸਵੇਰ ਸਭ ਨੂੰ ਮਿਲ ਹੀ ਜਾਂਦੇ ਨੇ। ਕੋਈ ਬਹੁਤੀ ਅੱਜ ਦੇ ਸਮੇਂ ਵਿੱਚ ਇਹ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਰਹਿ ਗਈ। ਤੁਸੀਂ ਵੇਖਿਆ ਹੋਵੇਗਾ ਕਿ 70-80 ਸਾਲ ਦੀ ਉਮਰ ਵਿੱਚ ਵੀ ਲੋਕਾਂ ਨੂੰ ਜਵਾਕ ਹੋਏ ਨੇ, ਬੇਔਲਾਦ ਰਹੇ 70-80 ਸਾਲ ਦੀ ਉਮਰ ਤੱਕ, ਪਰ ਅੱਜ ਕੱਲ੍ਹ ਮੈਡੀਕਲ ਤਰੀਕੇ ਨਾਲ ਉਹਨਾਂ ਦੇ ਵੀ ਔਲਾਦ ਹੋ ਗਏ। ਇਸ ਲਈ ਅੱਜ ਦੇ ਸਮੇਂ ਵਿੱਚ ਇਸ ਨੂੰ ਵੀ ਦੁਰਲਭ ਚੀਜ਼ ਨਹੀਂ ਕਹਿ ਸਕਦੇ ਕਿ ਬਹੁਤ ਦੁਰਲਭ ਚੀਜ਼ ਹੈ, ਹੋ ਹੀ ਨਹੀਂ ਸਕਦਾ। ਦੌਲਤ, ਸ਼ੌਹਰਤ ਇਹ ਵੀ ਦੇਰ ਸਵੇਰ ਬੰਦੇ ਨੂੰ ਮਿਲ ਹੀ ਜਾਂਦੀ। ਵਿੱਦਿਆ, ਐਜੂਕੇਸ਼ਨ ਉਹ ਵੀ ਦੇਰ ਸਵੇਰ ਬੰਦਾ ਹਾਸਲ ਕਰ ਲੈਂਦਾ। ਲੋਕ 60-70 ਸਾਲ ਦੀ ਉਮਰ ਵਿੱਚ ਵੀ ਪੜ੍ਹਾਈ ਕਰਦੇ ਦੇਖੇ ਗਏ ਨੇ, ਡਿਗਰੀਆਂ ਹਾਸਲ ਕਰਦੇ ਦੇਖੇ ਗਏ। ਇਸ ਲਈ ਪਰ ਵਾਹਿਗੁਰੂ ਦੀ ਬੰਦਗੀ ਇਹ ਹਾਸਲ ਹੋਵੇਗੀ ਹੀ ਹੋਵੇਗੀ, ਇਹਦਾ ਕੋਈ ਦਾਅਵਾ ਨਹੀਂ ਕਰ ਸਕਦੇ। ਇਹ ਨਹੀਂ ਦਾਅਵੇ ਨਾ ਕਹਿ ਸਕਦੇ, ਜਿਵੇਂ ਕਹਿ ਦਿੰਦੇ ਆ ਨਾ ਕਿ ਕੋਈ ਗੱਲ ਨਹੀਂ, ਬੰਦਾ ਦੇਰ ਸਵੇਰ ਆਪਣਾ ਘਰ ਬਣਾ ਹੀ ਲਵੇਗਾ, ਪਰ ਇਹਦੀ ਦਾ ਬੰਦਗੀ ਦਾ ਇਹਦਾ ਦਾਅਵਾ ਨਹੀਂ ਕਰ ਸਕਦੇ ਕਿ ਦੇਰ ਸਵੇਰ ਬੰਦਾ ਗੁਰਦੁਆਰੇ ਜਾਣ ਲੱਗ ਹੀ ਪਵੇਗਾ। ਇਸ ਗੱਲ ਦਾ ਕੋਈ ਭਰੋਸਾ ਨਹੀਂ ਹੈ ਕਿ ਬੰਦਾ ਵਾਹਿਗੁਰੂ ਦਾ ਨਾਮ ਵੀ ਸਿਮਰੇਗਾ, ਉਹਦੀ ਬੰਦਗੀ ਵੀ ਕਰਿਆ ਕਰੇਗਾ, ਇਹ ਨਹੀਂ ਕਹਿ ਸਕਦੇ। ਇਸ ਲਈ ਜਿਨ੍ਹਾਂ ਤੇ ਉਹਦੀ ਰਹਿਮਤ, ਉਹਦੀ ਮਹਿਰਾਮਤ ਹੋ ਜਾਂਦੀ, ਉਹਦੀ ਬਖਸ਼ਿਸ਼ ਹੋ ਜਾਂਦੀ, ਸਤਿਗੁਰੂ ਕਹਿੰਦੇ ਉਹੀ ਲੱਗਦੇ ਨੇ ਇਸ ਪਾਸੇ, ਉਹੀ ਜੁੜਦੇ ਨੇ, ਸਭ ਨਹੀਂ ਜੁੜਦੇ, ਸਭ ਨਹੀਂ। ਦੁਨੀਆ ਉਸ ਪਾਸੇ ਜੁੜਦੀ ਹੈ ਜਿਸ ਪਾਸੇ ਸਾਰੀ ਦੁਨੀਆ ਲੱਗੀ ਹੋਈ ਹੋਵੇ। ਜਿਵੇਂ ਕੋਈ ਇੱਕ ਨਵਾਂ ਕੱਪੜਾ ਚੱਲ ਪੈਂਦਾ ਨਾ ਮਾਰਕੀਟ ਵਿੱਚ, ਟ੍ਰੈਂਡ ਵਿੱਚ, ਤਾਂ ਲੋਕ ਉਹੀ ਖਰੀਦਣ ਲੱਗ ਜਾਂਦੇ ਨੇ, ਉਹੀ ਪਹਿਨਣ ਲੱਗ ਜਾਂਦੇ ਨੇ। ਕੋਈ ਇੱਕ ਵੀਡੀਓ ਆ ਜਾਂਦੀ ਹੈ, ਲੋਕ ਉਹੋ ਜਿਹੀਆਂ ਵੀਡੀਓ ਬਣਾਉਣ ਲੱਗ ਜਾਂਦੇ ਨੇ। ਕਿਸੇ ਨੇ ਬਹੁਤ ਸੋਹਣਾ ਘਰ ਬਣਾਇਆ, ਜਿਹਨੇ ਉਹ ਦੇਖਿਆ ਉਹਦੇ ਵਰਗਾ ਘਰ ਬਣਾਉਣ ਲੱਗ ਜਾਂਦੇ ਨੇ ਲੋਕ। ਕਿਸੇ ਨੇ ਕੋਈ ਨਵੀਂ ਕਾਰ ਲਈ ਹੈ, ਬਹੁਤ ਸੋਹਣੀ ਹੈ, ਲੋਕ ਉਹਦੇ ਜੈਸੀ ਕਾਰ ਖਰੀਦਣ ਲੱਗ ਜਾਂਦੇ ਨੇ। ਦੁਨੀਆ ਦੇਖਾ ਦੇਖੀ ਕਰਦੀ ਹੈ ਸਭ ਕੁਝ। ਪਰ ਭਗਤ ਨੂੰ ਤਾਂ ਕਦੇ ਕਿਸੇ ਨੇ ਵੇਖਿਆ ਨਹੀਂ। ਹਾਂ, ਜੇ ਵੇਖਿਆ ਵੀ ਹੋਵੇ ਕਿਸੇ ਭਗਤ ਨੂੰ, ਕਿਸੇ ਸਾਧੂ ਨੂੰ, ਲੋਕ ਉਹਦੇ ਮਗਰ ਉਹਨੂੰ ਦੇਖ ਕੇ ਨਹੀਂ ਚੱਲਦੇ। ਕਿਸੇ ਅਮੀਰ ਬੰਦੇ ਨੂੰ ਦੇਖ ਕੇ ਉਹਦੇ ਮਗਰ ਲੋਕ ਤੁਰ ਪੈਂਦੇ ਨੇ ਕਿ ਇਹੋ ਜਿਹਾ ਘਰ ਮੇਰੇ ਕੋਲ ਹੋਵੇ, ਇਹੋ ਜਿਹੀ ਗੱਡੀ ਮੇਰੇ ਕੋਲ ਹੋਵੇ ਜਿਹੋ ਜਿਹੀ ਇਹਦੇ ਕੋਲ ਹੈ, ਇਹੋ ਜਿਹੇ ਕੱਪੜੇ ਜਿਹੋ ਜਿਹੇ ਇਹ ਪਾਉਂਦਾ ਇਹੋ ਜਿਹੇ ਮੈਂ ਪਾਇਆ ਕਰਾਂ, ਇੰਨੀ ਦੌਲਤ ਮੇਰੇ ਕੋਲ ਹੋਵੇ ਜਿੰਨੀ ਇਹਦੇ ਕੋਲ ਹੈ। ਪਰ ਕਿਸੇ ਭਗਤ ਨੂੰ, ਕਿਸੇ ਸਾਧੂ ਨੂੰ ਦੇਖ ਕੇ ਕਦੇ ਕੋਈ ਬੰਦਾ ਨਹੀਂ ਕਹਿੰਦਾ ਕਿ ਮੈਂ ਵੀ ਇਹੋ ਜਿਹਾ ਹੋਵਾਂ, ਜਿਵੇਂ ਇਹ ਬੰਦਗੀ ਕਰਦਾ ਮੈਂ ਵੀ ਐਵੇਂ ਬੰਦਗੀ ਕਰਾਂ। ਕੋਈ ਨਹੀਂ ਕਹਿੰਦਾ ਐਸਾ ਦੇਖ ਕੇ। ਸਾਧੂਆਂ ਨੂੰ ਲੋਕ ਮੱਥਾ ਟੇਕਦੇ ਨੇ, ਬਸ ਉਹਨਾਂ ਦੇ ਕੋਲੋਂ ਆਸ਼ੀਰਵਾਦ ਲੈਂਦੇ ਨੇ, ਪਰ ਉਹਨਾਂ ਵਰਗਾ ਹੋਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਵੀ ਐਸੇ ਹੋ ਜਾਈਏ। ਐਸੀ ਉਹਨਾਂ ਦੇ ਮਨ ਅੰਦਰ ਕਦੇ ਇੱਛਾ ਹੀ ਨਹੀਂ ਪੈਦਾ ਹੁੰਦੀ, ਕਦੇ ਖਿਆਲ ਹੀ ਨਹੀਂ ਆਉਂਦਾ। ਹਾਂ, ਕਿਸੇ ਅਮੀਰ ਬੰਦੇ ਨੂੰ ਦੇਖ ਕੇ ਜ਼ਰੂਰ ਖਿਆਲ ਆਉਂਦਾ ਹੈ ਕਿ ਮੈਂ ਵੀ ਐਸਾ ਹੋਵਾਂ। ਐਸਾ ਵੀ ਕਈ ਵਾਰੀ ਲੋਕ ਮਜ਼ਾਕ ਵਿੱਚ ਕਹਿੰਦੇ ਨੇ ਕਿ ਜਿਹੜਾ ਬਹੁਤ ਅਮੀਰ ਆਦਮੀ ਨਾ,
ਉਹ ਕਿਤੇ ਮੇਰੇ ਮੋਢੇ ਤੇ ਹੱਥ ਰੱਖ ਦੇਵੇ ਤੇ ਸ਼ਾਇਦ ਮੈਂ ਵੀ ਉਦਾਂ ਦਾ ਹੋ ਜਾਵਾਂ। ਪਰ ਸਾਧੂ ਲਈ ਨਹੀਂ ਐਸਾ ਕਹਿੰਦੇ ਕਿ ਸਾਧੂ ਮੇਰੇ ਸਿਰ ਤੇ ਹੱਥ ਰੱਖ ਦੇ ਤੇ ਮੈਂ ਵੀ ਉਹਦੇ ਵਰਗਾ ਹੋ ਜਾਵਾਂ। ਦੁਨੀਆ ਦੌਲਤ ਚਾਹੁੰਦੀ ਹੈ, ਦੁਨੀਆ ਉਹ ਚਾਹੁੰਦੀ ਹੈ ਜੋ ਦੂਸਰਿਆਂ ਦੇ ਕੋਲ ਹੈ, ਜੋ ਦੂਸਰੇ ਅਮੀਰ ਲੋਕਾਂ ਕੋਲ ਹੈ। ਦੁਨੀਆ ਉਹ ਚਾਹੁੰਦੀ, ਜੋ ਸਾਧੂ ਕੋਲ ਹੈ, ਜੋ ਭਗਤ ਕੋਲ ਹੈ, ਦੁਨੀਆ ਉਹ ਨਹੀਂ ਚਾਹੁੰਦੀ। ਸੰਸਾਰ ਉਹ ਨਹੀਂ ਚਾਹੁੰਦਾ ਹੈ। ਸਤਿਗੁਰੂ ਕਹਿੰਦੇ ਉਹਦੇ ਕੋਲ ਕੀ ਹੈ? ਉਹਦੇ ਕੋਲ ਹੈ ਭਗਤ ਵਿਸ਼ੇਖ। ਉਹਦੇ ਕੋਲ ਸਭ ਤੋਂ ਵਿਸ਼ੇਸ਼ ਚੀਜ਼, ਉਹਦੇ ਤੋਂ ਸਭ ਤੋਂ ਖਾਸ ਵਸਤੂ ਵਾਹਿਗੁਰੂ ਦੀ ਬੰਦਗੀ ਹੈ। ਉਹਦੇ ਕੋਲ ਪਰਮੇਸ਼ਰ ਆਪ ਹੈ। ਉਹਦੇ ਘਰ ਵਿੱਚ ਸਾਖਸ਼ਾਤ ਪਰਮੇਸ਼ਰ ਵਸਦਾ ਹੈ। ਇਹ ਹੈ ਉਹਦੇ ਕੋਲ ਜੋ ਕਿਸੇ ਕੋਲ ਨਹੀਂ ਹੈ। ਇਸੇ ਕਰਕੇ ਇਹੀ ਚੀਜ਼ ਉਹਨੂੰ ਸਭ ਨਾਲੋਂ ਭਿੰਨ, ਸਭ ਨਾਲੋਂ ਵੱਖਰਾ ਕਰਦੀ। ਉਹ ਗਰੀਬ ਵੀ ਹੋਵੇ ਤਾਂ ਵੀ ਕੋਈ ਵੱਡੀ ਗੱਲ ਨਹੀਂ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਉਹ ਅਮੀਰ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਾਧੂ ਦਾ ਨਾ ਅਮੀਰੀ ਨਾਲ ਕੋਈ ਲੈਣਾ ਦੇਣਾ, ਨਾ ਗਰੀਬੀ ਨਾਲ, ਨਾ ਭੁੱਖ ਨਾਲ ਕੋਈ ਰਹਿਣਾ ਦੇਣਾ, ਨਾ ਰੱਜ ਨਾਲ। ਕਿਉਂਕਿ ਉਹਨੂੰ ਜਿਹੜੀ ਤ੍ਰਿਪਤੀ ਮਿਲੀ ਹੋਈ ਹੈ, ਉਹਨੂੰ ਜਿਹੜੀ ਅਮੀਰੀ ਮਿਲੀ ਹੋਈ ਹੈ, ਉਹ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਉਹ ਦੱਸੀ ਹੋਈ ਨਹੀਂ ਜਾ ਸਕਦੀ। ਇਸ ਲਈ ਸਤਿਗੁਰੂ ਕਹਿੰਦੇ ਤੇ ਅਨ ਦਿਨ ਨਾਮ ਸਦਾ ਧਿਆਵੈ। ਉਹ ਵਾਹਿਗੁਰੂ ਦਾ ਨਾਮ ਹਮੇਸ਼ਾ ਧਿਆਉਂਦੇ ਨੇ, ਉਹ ਪਰਮੇਸ਼ਰ ਦਾ ਨਾਮ ਹਮੇਸ਼ਾ ਸਿਮਰਦੇ। ਉਹਨਾਂ ਦਾ ਖਜ਼ਾਨਾ, ਉਹਨਾਂ ਦਾ ਸਰਮਾਇਆ, ਉਹਨਾਂ ਦੀ ਦੌਲਤ, ਉਹਨਾਂ ਦੀ ਪ੍ਰਾਪਰਟੀ, ਉਹਨਾਂ ਦਾ ਸਭ ਕੁਝ ਇਹੀ ਹੈ। ਉਹਨਾਂ ਦਾ ਸਭ ਕੁਝ ਇਹੀ। ਉਹਨਾਂ ਦੇ ਕੋਲ ਇਹੀ ਹੈ ਸੰਸਾਰ। ਉਹਨਾਂ ਦਾ ਸੰਸਾਰ ਪਰਮੇਸ਼ਰ ਤੇ ਸਾਡਾ ਸੰਸਾਰ ਮਾਇਆ। ਸਾਡਾ ਸੰਸਾਰ ਮਾਇਆ ਹੈ, ਕਿਉਂਕਿ ਮਾਇਆ ਦੇ ਵਿੱਚ ਹੀ ਅਸੀਂ ਰਹਿੰਦੇ ਹਾਂ, ਇਹਦੇ ਵਿੱਚ ਹੀ ਜਨਮਦੇ ਹਾਂ, ਇਹਦੇ ਵਿੱਚ ਹੀ ਜੀਵਨ ਜਿਉਂਦੇ ਹਾਂ, ਇਹਦੇ ਵਿੱਚ ਹੀ ਮਰ ਖੱਪ ਜਾਂਦੇ ਹਾਂ। ਸਾਧੂ ਜਨਮਦਾ ਜ਼ਰੂਰ ਇਸ ਸੰਸਾਰ ਦੀ ਮਾਇਆ ਵਿੱਚ ਹੈ, ਪਰ ਉਹ ਮਰਦਾ ਇਸ ਮਾਇਆ ਵਿੱਚ ਨਹੀਂ ਹੈ। ਜਨਮ ਉਹਦਾ ਵੀ ਸਾਡੇ ਵਾਂਗ ਹੀ ਇਸ ਸੰਸਾਰ ਦੀ ਮਾਇਆ ਦੇ ਵਿੱਚ ਹੁੰਦਾ ਹੈ, ਪਰ ਉਹਦੀ ਮੌਤ ਇਸ ਮਾਇਆ ਵਿੱਚ ਨਹੀਂ ਹੁੰਦੀ। ਉਹਦੀ ਮੌਤ ਨਿਰੰਕਾਰ ਵਿੱਚ ਹੁੰਦੀ। ਉਹ ਨਿਰੰਕਾਰ ਵਿੱਚ ਜਨਮਦਾ ਹੈ, ਮਰ ਕੇ ਜਨਮ ਉੱਠਦਾ ਹੈ। ਅਸੀਂ ਮਰ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦੇ ਹਾਂ, ਉਹ ਮਰ ਕੇ ਵਾਹਿਗੁਰੂ ਵਿੱਚ ਜਨਮ ਪੈਂਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਤੇ ਅਨ ਦਿਨ ਨਾਮ ਸਦਾ ਧਿਆਵੈ, ਗੁਰ ਪੂਰੇ ਤੇ ਭਗਤ ਵਿਸ਼ੇਖ। ਪੂਰੇ ਗੁਰੂ ਤੋਂ ਭਗਤੀ ਹਾਸਲ ਹੋ ਗਈ। ਵਿਸ਼ੇਸ਼, ਵਿਸ਼ੇਸ਼ ਗੁਰੂ ਕੋਲੋਂ ਹੀ ਮਿਲਦਾ ਹੈ। ਉਹਦੀ ਬੰਦਗੀ ਦਾ ਢੰਗ ਗੁਰੂ ਕੋਲੋਂ ਹੀ ਮਿਲਦਾ ਹੈ। ਅਸਲੀਅਤ ਦਾ ਗਿਆਨ, ਸੱਚ ਦਾ ਗਿਆਨ ਗੁਰੂ ਦੱਸਦਾ ਕਿ ਵਿਸ਼ੇਸ਼ ਕੀ ਹੈ। ਚੀਜ਼ਾਂ ਤੇ ਬਹੁਤ ਨੇ, ਪਰ ਵਿਸ਼ੇਸ਼ ਕੀ ਹੈ, ਖਾਸ ਕੀ ਹੈ, ਅਸੀਂ ਨਹੀਂ ਜਾਣਦੇ। ਗੁਰੂ ਦੱਸਦਾ ਹੈ ਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ, ਦੌਲਤ, ਸ਼ੌਹਰਤ, ਪੈਸਾ, ਖਾਣ ਪੀਣ ਦੀਆਂ ਚੀਜ਼ਾਂ, ਰੂਪ ਰੰਗ, ਵਾਸਨਾਵਾਂ, ਵਿਕਾਰ, ਮਾਣ ਵਡਿਆਈ, ਸਨਮਾਨ, ਬਹੁਤ ਕੁਛ ਹੈ ਇਸ ਸੰਸਾਰ ਵਿੱਚ, ਪਰ ਵਿਸ਼ੇਸ਼ ਕੀ ਹੈ? ਗੁਰੂ ਨੇ ਸੋਝੀ ਦਿੱਤੀ ਕਿ ਵਿਸ਼ੇਸ਼ ਉਸ ਵਾਹਿਗੁਰੂ ਦਾ ਨਾਮ ਹੈ, ਉਹਦੀ ਭਗਤੀ, ਉਹਦੀ ਬੰਦਗੀ ਹੈ। ਇਸ ਲਈ ਜਦੋਂ ਵਿਸ਼ੇਸ਼ ਨੂੰ ਜਾਣਿਆ ਤਾਂ ਉਸ ਨੂੰ ਚੁਣ ਲਿਆ। ਇਸ ਲਈ ਸਾਡੇ ਸਾਹਮਣੇ ਹੈ ਸਭ ਕੁਝ, ਸਾਡੀਆਂ ਅੱਖਾਂ ਦੇ ਬਿਲਕੁਲ ਸਾਹਮਣੇ ਹੈ, ਬਸ ਜਰਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ। ਜਰਾ ਜਿਹਾ ਧਿਆਨ ਦੇਣ ਦੀ, ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ।
ਜਿਵੇਂ ਹੀ ਅਸੀਂ ਧਿਆਨ ਨਾਲ ਦੇਖਾਂਗੇ ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਅਸੀਂ ਜਿਹਦੇ ਮਗਰ ਦੌੜ ਰਹੇ ਹਾਂ ਉਹ ਵਿਸ਼ੇਸ਼ ਨਹੀਂ ਹੈ, ਉਹ ਤਾਂ ਐਵੇਂ ਹੀ ਬਕਵਾਸ ਹੈ, ਵਿਅਰਥ ਹੈ। ਇਸ ਲਈ ਜਰਾ ਜਿਹਾ ਧਿਆਨ ਨਾਲ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ ਕਿ ਜਿਨ੍ਹਾਂ ਚੀਜ਼ਾਂ ਮਗਰ ਅਸੀਂ ਭੱਜ ਰਹੇ ਹਾਂ ਉਹ ਅੱਜ ਭੜ ਕੇ ਬਿਨਸ ਜਾਣਗੀਆਂ, ਖਤਮ ਹੋ ਜਾਣਗੀਆਂ। ਤੇ ਉਹ ਵਾਹਿਗੁਰੂ ਹੈ, ਉਹਦਾ ਨਾਮ ਹੈ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਉਹ ਵਿਸ਼ੇਸ਼ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਿਹੜੇ ਉਸ ਨਾਮ ਵਿੱਚ ਜੁੜੇ, ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜੇ, ਉਹ ਮਾਇਆ ਵੱਲੋਂ ਮਰ ਗਏ। ਸ਼ਬਦ ਮਰੈ ਤਿਸ ਸਦਾ ਆਨੰਦ। ਸਤਿਗੁਰੂ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੋ ਬੰਦਾ ਮਰਿਆ ਉਹਨੂੰ ਸਦਾ ਆਨੰਦ ਹਾਸਲ ਹੋਇਆ, ਉਹਨੂੰ ਸਦਾ ਆਨੰਦ। ਜਦੋਂ ਗੁਰੂ ਦੇ ਸ਼ਬਦ ਰਾਹੀਂ ਆਪਣੀ ਮੈਂ ਨੂੰ ਮਾਰ ਲੈਂਦੇ ਆ, ਜਦੋਂ ਗੁਰੂ ਦੇ ਸ਼ਬਦ ਰਾਹੀਂ ਮਾਇਆ ਦੀਆਂ ਆਸਾਂ ਨੂੰ, ਮਾਇਆ ਦੀ ਤ੍ਰਿਸ਼ਨਾ ਨੂੰ ਮਾਰ ਲੈਂਦੇ ਆ, ਤਾਂ ਫਿਰ ਆਨੰਦ ਹੀ ਆਨੰਦ ਵਾਪਰਦਾ ਹੈ। ਸਾਡੇ ਜੀਵਨ ਵਿੱਚ ਆਨੰਦ ਕਿਉਂ ਨਹੀਂ ਵਾਪਰਦਾ? ਇਸ ਲਈ ਕਿਉਂਕਿ ਅਸੀਂ ਲੋਕ ਚੀਜ਼ਾਂ ਵਿੱਚ, ਵਾਸਨਾਵਾਂ ਵਿੱਚ, ਮਾਇਆ ਵਿੱਚ ਉਲਝੇ ਰਹਿੰਦੇ ਸਾਰੀ ਜ਼ਿੰਦਗੀ। ਅਸੀਂ ਉਹਨਾਂ ਵਿੱਚ ਹੀ ਫਸੇ ਰਹਿੰਦੇ ਹਾਂ ਕਿ ਸਾਨੂੰ ਚੀਜ਼ਾਂ ਮਿਲਣ, ਅਸੀਂ ਖੁਸ਼ ਹੋਈਏ। ਸਾਡਾ ਧਿਆਨ ਹਮੇਸ਼ਾ ਚੀਜ਼ਾਂ ਵਿੱਚ ਹੀ ਉਲਝਿਆ ਰਹਿੰਦਾ ਹੈ, ਉਹਨਾਂ ਵਸਤੂਆਂ ਵਿੱਚ ਹੀ ਉਲਝਿਆ ਰਹਿੰਦਾ ਹੈ। ਜਰਾ ਗੌਰ ਨਾਲ ਵੇਖੋ ਆਪਣੇ ਆਪ ਵੱਲ, ਆਪਣੇ ਘਰ ਵੱਲ, ਆਪਣੇ ਪਰਿਵਾਰ ਵੱਲ, ਤੇ ਫਿਰ ਦੇਖੋ ਕਿ ਤੁਹਾਡੇ ਕੋਲ ਸਭ ਕੁਝ ਹੈ। ਕਿਸ ਚੀਜ਼ ਦੀ ਕਮੀ ਹੈ? ਐਸਾ ਕੁਝ ਵੀ ਨਹੀਂ ਹੈ ਜਿਹਦੀ ਸਾਡੇ ਕੋਲ ਕਮੀ ਹੋਵੇ। ਘਰ-ਬਾਰ ਹੈ, ਛੋਟੀ ਮੋਟੀ ਕੋਈ ਗੱਡੀ ਵੀ ਹੈਗੀ ਹੈ, ਕੋਈ ਬਾਈਕ ਮੋਟਰਸਾਈਕਲ ਕੁਛ ਹੈ, ਚੀਜ਼ਾਂ ਹੈਗੀਆਂ, ਚਾਰ ਪੈਸੇ ਵੀ ਥੋੜੇ ਬਹੁਤ, ਬਹੁਤ ਜ਼ਿਆਦਾ ਨਹੀਂ, ਥੋੜੇ ਬਹੁਤ ਉਹ ਵੀ ਸੇਵਿੰਗ ਰੱਖੇ ਹੋਣਗੇ, ਖਾਣ ਪੀਣ ਦੀਆਂ ਚੀਜ਼ਾਂ ਵੀ ਹੈਗੀਆਂ, ਧੀਆਂ ਪੁੱਤ ਵੀ ਵਿਆਹੇ ਗਏ ਨੇ, ਆਪੋ ਆਪਣੀ ਥਾਂ ਸੈੱਟ ਨੇ, ਸਭ ਹੈ। ਪਰ ਫਿਰ ਚਿੰਤਾ ਕਿਸ ਗੱਲ ਦੀ ਹੈ? ਫਿਕਰ ਕਿਸ ਗੱਲ ਦੀ ਸਤਾ ਰਹੀ ਹੈ? ਧੀ ਪੁੱਤ ਨਹੀਂ ਵਿਆਹਿਆ ਗਿਆ ਹਾਲੇ ਤੱਕ, ਚਲੋ ਗੱਲ ਸਮਝ ਆਉਂਦੀ ਕਿ ਹਾਂ ਜੀ ਰਿਸ਼ਤਾ ਨਹੀਂ ਹੋ ਰਿਹਾ, ਇਸ ਗੱਲ ਕਰਕੇ ਚਿੰਤਾ ਹੈ, ਕੋਈ ਚੰਗਾ ਪਰਿਵਾਰ ਨਹੀਂ ਮਿਲਦਾ, ਗੱਲ ਸਮਝ ਆਉਂਦੀ ਕਿ ਹਾਂ ਠੀਕ ਹੈ ਵੀ। ਪਰ ਧੀ ਪੁੱਤ ਵਿਆਹਿਆ ਗਿਆ, ਫਿਰ ਗਾਂ ਉਹਦੇ ਬੱਚਾ ਵੀ ਹੋ ਗਿਆ, ਔਲਾਦ ਵੀ ਹੋ ਗਈ, ਉਹ ਆਪਣੇ ਕੰਮ ਧੰਦੇ ਤੇ ਵੀ ਲੱਗ ਗਿਆ, ਵਧੀਆ ਆਪਣਾ ਕਾਰੋਬਾਰ ਕਰਨ ਲੱਗ ਪਿਆ, ਜਾਂ ਕੈਨੇਡਾ ਅਮਰੀਕਾ ਜਾ ਕੇ ਸੈੱਟ ਹੋ ਗਿਆ। ਹੁਣ ਕਦੀ ਚਿੰਤਾ? ਲੋਕ ਫਿਰ ਵੀ ਚਿੰਤਾ ਵਿੱਚ ਨੇ, ਲੋਕ ਚਿੰਤਾ ਵਿੱਚ ਗ੍ਰਸਤ ਨੇ, ਖੁਦ ਨੂੰ ਵੀ ਨਹੀਂ ਪਤਾ ਹੈ ਕਿ ਚਿੰਤਾ ਕਿਸ ਗੱਲ ਦੀ ਹੈ, ਕਿਉਂਕਿ ਜੋ ਚਾਹੁੰਦੇ ਸੀ ਉਹ ਕਰ ਲਿਆ। ਘਰ ਬਣਾਉਣਾ ਚਾਹੁੰਦੇ ਸੀ, ਬਣਾ ਲਿਆ, ਗੱਡੀ ਖਰੀਦਣਾ ਚਾਹੁੰਦੇ ਸੀ, ਖਰੀਦ ਲਈ, ਚਾਰ ਪੈਸੇ ਜੋੜਨੇ ਚਾਹੁੰਦੇ ਸੀ ਕਿ ਬੁਢਾਪੇ ਵਿੱਚ ਕੰਮ ਆਉਣਗੇ, ਜੋੜ ਲੈ। ਇੱਥੋਂ ਤੱਕ ਕਿ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਲੈ ਲਈ LIC ਦੀ ਕਿ ਬੁਢਾਪੇ ਵਿੱਚ ਕੰਮ ਆਏਗੀ, ਉਹ ਵੀ ਹੈਗੀ ਹੈ, ਫਿਰ ਵੀ ਪਤਾ ਨਹੀਂ ਕਿਉਂ ਚਿੰਤਾ ਹੈ। ਇੱਥੋਂ ਤੱਕ ਕਿ ਪੈਨਸ਼ਨ ਵੀ ਹੈ, 40-50 ਹਜ਼ਾਰ ਰੁਪਇਆ ਲੋਕ ਪੈਨਸ਼ਨ ਵੀ ਲੈ ਰਹੇ ਨੇ, ਫਿਰ ਵੀ ਪਤਾ ਨਹੀਂ ਕਿਸ ਗੱਲ ਦੀ ਫਿਕਰ ਹੈ, ਫਿਰ ਵੀ ਦੁਖੀ ਨੇ। ਫਿਰ ਇਹੋ ਜਿਹੇ ਬੰਦੇ ਨੂੰ ਤੁਸੀਂ ਕੀ ਕਹੋਗੇ? ਮੂਰਖ। ਕਿ ਇਹ ਤਾਂ ਬੰਦਾ ਮੂਰਖ ਹੀ ਹੈ।
कि चिंता करने की जरूरत भी नहीं है, फिर भी चिंता कर रहा है। सब कुछ है, जिस कोल नहीं है वो चिंता करे, दुखी होवे, कोई गल नहीं समझ आउंदी। पर सब कुछ होने के बावजूद भी हुण चिंता ऐसी लगी हुई है। इत्थे चंडीगढ़ च कई ऐसे लोग ने अमीर, उन्होंने जमीनां खरीद लियां पंजाब दे विच वख-वख थाई। धीआं पुत्त हुण उधर जाना ही नहीं चाहुंदे। वो कहंदे असीं तुहाडीआं जमीनां की करनियां। वो कहंदे जी असीं चंडीगढ़ छड्ड के नहीं जाना, असीं तां इत्थे रहना। हुण उन्हां नूं फिकर लगी हुई है कि वो जमीन नूं कौन सांभू। उसनूं कौन सांभू जिहड़ी प्रॉपर्टी बनाई है, जिहड़ी कोई किसी जलंधर वाले पासे, कोई बठिंडे वाल, कोई किधर जमीन खरीद ली 10 किले किते 20 किले किते, हुण उन्हां नूं कौन सांभू। फिकर लगी हुई है कि किते ऐसा ना होवे कि मैं मर खप जावां, मेरे बच्चे गां जाके देखण ही ना। हुण सताउंदी है फिकर इस गल दी। इसलिए सब कुछ होने के बावजूद भी वो सुखी नहीं हुंदा बंदा। सतगुरु कहंदे जिन्हों गुरु दे शब्द राही ये समझ आ गया कि चाहे चीज़ां थोड़ियां होण ते चाहे बहुतियां, चाहे कोई 50-100 गज का प्लाट होवे ते चाहे कोई 10-20 किलियां दा, छड्ड इत्थे ही जाना है, छड्ड के इत्थे ही चलिया जाना है। जिन्हों गुरु दे शब्द राही ये गल समझ आ गई, सतगुरु कहंदे ओ शब्द विच मार लैंदा है अपनी मैं नूं। शब्द मरै तिस सदा आनंद, ओनू आनंद है, वो आनंद विच है, क्योंकि फिक्र ही नहीं कोई। ते जिस चीज नूं छड्ड ही जाना है, जिन्हों त्याग ही जाना है, उहदी फिक्र खाम खा करी जाइए। ठीक है, उहदी परवाह करते हैं, उहदी देख रेख करते हैं, उहदी साम संभाल करते हैं, बस ठीक है, काफ़ी है। इन्ना ही सब करते ने, यही किया जा सकता है। पर उहदी चिंता विच अपने आप नूं क्यों साड़िए। चिंता मतलब चिता। आपां कहंदे ना कि चिंता चिता समान है। जिहड़ा चिंता विच है वो मर गया, वो चिता विच सड़ेगा ही सड़ेगा। वो जिउंदे जी सड़ रहा चिता दे विच। मरण तो बाद तो चलो सड़ना ही है, पर वो जिउंदे जी सड़ रहा। चिंता उहनूं चिता विच लै जांदी है। सतगुरु कहंदे जिहड़ा शब्द विच मर गया वो चिंता दी चिता तो मुक्त हो गया, इसलिए आनंद ही आनंद है। उत्थे आनंद वापरदा है। शब्द मरै तिस सदा आनंद, सतगुर भेटे गुर गोबिंद। गुरु किरपा कर दिंदा है ते उस गोबिंद नाल भेंट करा दिंदा है। जिवें ही साडी मैं मरी, जिमें ही असी सब कासे तो मुक्त होए, चिंतावां तो मुक्त होए, फिक्रां तो मुक्त होए, वासनावां विकारां तो मुक्त होए, बिल्कुल खाली हो गए, निरभार हो गए, बिल्कुल खाली, कुछ भी नहीं है हुण, ना चंगा ना मंदा, सब कासे तो खाली। सतगुरु कहंदे फिर उस वाहिगुरू दे नाल गुरु ने मिला दिता, फिर गुरु ने मेल दिता। सतगुर भेटे गुर गोबिंद, ना फिर मरै ना आवे जाए। जदों उस वाहिगुरू नाल सांझ पै गई, सतगुरु कहंदे ना फिर बंदा जमदा है ना मरदा है। वो जन्म मरण दे गेड़ तो ही मुक्त हो गया। जदों उस गेड़ तो ही मुक्त हो गए तो फिर जन्म मरण दा गेड़ कैसा। उस चक्कर विचों निकल गए। पूरे गुर ते साच समाए, पूरे गुरु राही बंदा सच विच समा जांदा है। जिनको नाम लिखिया धुर लेख, ते अंदिन नाम सदा ध्यावै, गुर पूरे ते भगत विशेख। वो हमेशा गुरु का नाम ध्याउंदे ने, उन्होंने विशेख भगती गुरु दी
गुरु कोलों हासिल कर ली परमेश्वर की भगती। रहाओ जिनको हर प्रभ लय मिलाए, जिन्हों हरि प्रभु आप कृपा करके अपने नाल मिला लैंदा है, जिन्हों उन्हें आप कृपा करके अपने नाल जोड़ लिया। सतगुरु कहंदे उन्हां दी तिनकी गहन गत कही ना जाए। उन्हां दी गत कही नहीं जा सकती, उन्हां दी अवस्था उन्हें बयान ही नहीं किया जा सकता। उहदे कोल जो आनंद है, उहदे कोल जो सुख है, वो दसिया नहीं जा सकता। अमीर बंदे का सुख दस सकते हैं कि हाँ उन्होंने इन्ने लख का प्रॉफिट होया, इसलिए वो खुश है, इसलिए वो आनंद है, इस करके वो पार्टी कर रहा है क्योंकि उन्होंने इन्ना प्रॉफिट होया। पर भगत का आनंद तुसी दस नहीं सकते क्योंकि उन्होंने जो मिले वो दिसदा नहीं। उन्होंने जो मिलया है वो पैसा तो है नहीं जेड़ा पता लग जाएगा कि हाँ इन्ने लख का प्रॉफिट होया। उन्होंने जो मिलया है वो आनंद है, उन्होंने जो मिलया वो वाहिगुरू का मिलाप है, उन्होंने जो मिलया वो परमेश्वर दे विच लीनता है। इसलिए सतगुरु कहंदे ओदी गहन गत दसी नहीं जा सकती जिहड़े उहदे विच मिल गए। तिनकी गहन गत कही ना जाए, पूरे सतगुर दित्ती वडियाई, क्योंकि उन्होंने पूरे सतगुरु ने वडियाई बख्शी है। उन्होंने गुरु ने वडियाई बख्श दी। उत्तम पदवी हर नाम समाई, उन्होंने उत्तम पदवी मिली। उत्तम पदवी पैसे नाल पदवियां मिल जांदियां बहुत सारियां, पैसे नाल, क्योंकि अज दे समय दे विच पैसा ही प्रधान है ते हर थां जिहदे कोल दौलत है उहनूं अहुदा मिल ही जांदा है कि हाँ जी इस बंदे दे कोल चार पैसे है, जे किते खर्चने भी पैण तां खर्च देगा, इहनूं बना दिओ जी आगू, इहनूं बना दिओ। इसलिए पैसा ही अज दे समय विच सब कुछ है। जिहदे कोल जिन्ना ज्यादा पैसा है वो उन्ना ही वड्डा महात्मा पुरुष, वो उन्ना ही वड्डा संत, वो उन्ना ही वड्डा सिख, वो उन्ना ही वड्डा बंदा जिन्ना उहदे कोल पैसा है। अज दे समय विच गुणां दे नाल नहीं बंदे नूं देखिया जांदा, दौलत दे नाल बंदे नूं देखिया जांदा है। इसलिए दौलत होवे ते बंदे दे सारे औगण सारे पापां दे उत्ते पर्दा पै जांदा है। वो एक नंबर का निकम्मा आदमी होवे, गया गुजरिया होवे, दौलत उस बंदे नूं भी दुनिया दे विच बहुत चंगा ते वधिया बना के पेश कर दिंदी है। लोग कुसकदे ही नहीं उहदे सामने। हाँ साडे पंजाबी दी कहावत है ना कि जिहदी कोठी दाणे उहदे कमले भी सियाणे, कि जिहदे कोल चार पैसे होण उहदे कमले नूं भी लोकी सियाणा ही कहंदे ने कि हाँ जी, उहदी मूर्खता भरी गल नूं भी लोग कहंदे ने जी बहुत वधिया जी बहुत वधिया। पैसा ऐसी शै है, पर भगत उहदी जिहड़ी वडियाई है, उहदी जिहड़ी उच्च पदवी है, उहदे कोल कुछ भी नहीं है ऊपर, फिर भी सब तो उच्चा है, फिर भी सब तो उच्च उत्तम पदवी, सब तो उत्तम पदवी। उहदे कपड़े भावें फटे पुराने होण पर फिर भी वो सूट बूट वाले बंदे नालों बहुत उच्चा है, बहुत उच्चा है, क्योंकि उहदा रुतबा आत्मिक अवस्था दा है, शरीर दी अवस्था नहीं। शरीर दी अवस्था ते उन्नी देर तक ही है जिन्नी देर तक औहदा है। औहदे नूं सलामां हुंदियां, औहदे तो बंदा लथ गया तो फिर उहनूं कौन पुछदा है, फिर उसनूं कौन पुछदा है। मुख मंत्री वो अपना अस्तीफा दे गया, अस्तीफा देने तो बाद 2 महीने बाद लोगों ने उसनूं राह दे विच घेर लिया। हुण जे वो मुख मंत्री हुंदा तां किसे दी हिम्मत सी कि उहनूं कोई घेर लैंदा? कोई नहीं सी घेर सकदा, किसी की हिम्मत नहीं सी, क्योंकि सिक्योरिटी वाले ने लागे नहीं सी आउण देना लोगों को। पर हुण वो मुख मंत्री नहीं सी रहा, लोगों ने घेर लिया
कि भाई दे हिसाब गुटके दियां सौहां खांदा सी तू। गल अहुदे दी है, लोग अहुदे नूं सलामा करते हैं। अहुदा गया तो कौन पुछदा, फिर नहीं कोई पुछदा। इसलिए सतगुरु कहंदे जिहड़ी भगत दे कोल पदवी है ना, वो अहुदियां दी नहीं है, ਉਹਦੇ ਕੋਲ पदवी ਉਹਦੇ नाम दी है, ਉਹਦੀ बंदगी दी। इसलिए वो बड़ी उच्ची है। उत्तम पदवी हर नाम समाई, वाहिगुरु दे नाम विच समाई हुई। जो किछ करे सो आपे आप, वाहिगुरु जो किछ करदा है वो आपे ही करदा है। वो किसी को सलाह मशवरा थोड़ी करदा है कि हाँ भाई मैं आ काम करना, दसो करा कि ना करा। सतगुरु कहते उन्हें जो करना है वो कर ही दिंदा। जो कुछ करे सो आपे आप, एक घड़ी में थाप उथाप। वो एक घड़ी दे विच ही किसे नूं थाप दिंदा है, बख्शिश दे दिंदा है। एक घड़ी विच ही बख्शिश खो भी लैंदा है, उथाप। एक घड़ी विच वो राजा बना दिंदा है ते एक घड़ी विच वो एक पल विच भिखारी भी बना दिंदा है। इसलिए सतगुरु कहते एक घड़ी में थाप उथाप, कह कह कहना आग सुनाए। सतगुरु कहते ऐसे बहुत लोग ने जिहड़े सिर्फ गल्लां करन जोगे ही ने, जिहड़े सिर्फ कहना जानते ने, गल्लां करनियां जानते ने, सुनाउणा जानते ने बस। सतगुरु कहते इहो जिहे बंदे जे 100 घाले, जे वो 100 घालना भी करन, बहुत यतन भी करन, थाए ना पाए, कुछ भी थाए नहीं पैंदा। क्योंकि गल्लां वाला बंदा वो जो भी कर लवे कुछ नहीं होने वाला, क्योंकि गल्लां नाल भी कदे कुछ होया, कुछ भी नहीं। जे 100 घाले थाए ना पाए, ओदी घालना थाए नहीं पैंदी, क्योंकि वो गलड़ी है। जिनकै पोतै पुन ते ना गुरु मिलाए। जिन्हां दे पोते, जिन्हां दे पल्ले, जिन्हां दे खजाने विच वो वाहिगुरु है, उहदा नाम है। जिन्हां दे पल्ले पुण्य ने, गुण ने, जिन्हां दे पल्ले, उन्हां नूं गुरु किरपा करके मेल दिंदा है। जिन्हां दे कोल कुछ है पुण्य, जिनकै पोतै पुण्य। साडे पल्ले विच की है कि कोई पुण्य है? कोई आपां जरा वेख लीए अपने पल्ले विच झात मार के, अपने वल, अपने अंदर, कि साडे पल्ले है की पुण्य हैगा कोई, कि जां पाप ही ने सारे। सतगुरु कहंदे जिन्हां दे पल्ले पुण्य ने ना, गुरु उन्हां नूं किरपा करके मेल लैंदा है, गुरु जोड़ लैंदा है अपने चरनां नाल। सच बाणी गुर शब्द सुनाए, गुरु सच्ची बाणी, गुरु दा शब्द सतगुरु उन्हां नूं सुणाउंदा है। सुणदा ही असल विच उन्हां नूं है जिन्हां दे पल्ले कुछ चंगा है, जिन्हां दे पल्ले कुछ चंगा है। सच दी गल सुणदी उन्हां नूं है। जिहदे कोल है ही माया, जिहदे कोल है ही पाप, उहनूं कित्थे सुणदा है गुरु दा शब्द। सतगुरु कहंदे माया धारिया तन्ना बोला, वो ते अन्ना ते बोला है, क्योंकि उहनूं गुरु दे शब्द तो बिना बाकी सब कुछ सुनदा है। माया सुनदी है, माया दिखदी है, इसलिए वो अन्ना बोला है। पर गुरु दे शब्द दी सूझ उन्हां नूं आउंदी जिन्हां दे पल्ले चंगियाई है, गुण है। जहां शब्द वसै तहां दुख जाए। जिथे गुरु दा शब्द वस जांदा है, सतगुरु कहंदे उत्थों दुख खत्म हो जाते हैं। जहां शब्द वसे तहां दुख जाए। सतगुरु कहंदे उत्थे दुख नहीं रहिंदा जिथे गुरु दा शब्द वसदा है। इसलिए जिन्हां घरां विच गुरु दा शब्द वसदा है उत्थे कदे दुख नहीं हुंदा। उन्हां दे घर भी सुख ते बाहर भी सुख, हर थां सुख ही सुख है। सतगुरु कहंदे घर में सुख बाहर फुन सूखा, हर सिमरत सगल विनाशे दुखा। सारे दुख विनस जाते ने। ज्ञान रतन सच है सहज समाए। जिन्हां कोल ज्ञान दा रतन है वो सच्चे वाहिगुरु दे विच समा जाते ने। नावे जेवड़ होर धन नहीं कोई, वाहिगुरु दे नाम वर्गा कोई होर धन है नहीं।
इस धन वर्गा कोई होर धन नहीं है। इस धन के सामने बाकी सब बेकार है। जिसनों बख्शे साचा सोए, जिन्हों वो सच्चा वाहिगुरु बख्शदा है उसे नूं ये नाम धन मिलता है। हर किसी नूं नहीं हासिल हुंदा। पूरे शब्द मन वसाए, गुरु दे पूरे गुरु दे शब्द राही वाहिगुरु दा नाम रूपी धन मन विच वसदा है। शब्द राही ये नाम मन विच वस जांदा है। नानक नाम रते सुख पाए। ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਜਾਂਦੇ ਨੇ ਉਹ ਸੁੱਖ ਪ੍ਰਾਪਤ ਕਰਦੇ ਨੇ। ਉਹਨਾਂ ਨੂੰ ਹੀ ਆਤਮਾ ਦਾ ਸੁੱਖ, ਰੂਹ ਦਾ ਸੁੱਖ ਹਾਸਲ ਹੁੰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਰੰਗ ਲਿਆ, ਜਿਨ੍ਹਾਂ ਨੇ ਉਹਦੇ ਨਾਮ ਵਿੱਚ ਆਪਣੇ ਆਪ ਨੂੰ ਰੰਗ ਲਿਆ। ਉਹਨਾਂ ਨੂੰ ਹੀ ਸੁੱਖ, ਉਹਨਾਂ ਨੂੰ ਹੀ ਆਨੰਦ ਹਾਸਲ ਹੁੰਦਾ ਹੈ। ਸਤਿਗੁਰੂ ਰਹਿਮਤ ਕਰੇ ਇਹ ਰੱਬੀ ਆਨੰਦ ਗੁਰੂ ਦੇ ਦਰੋਂ ਸਾਨੂੰ ਸਭ ਨੂੰ ਨਸੀਬ ਹੋਵੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।